ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ नौवें के श्लोक 37वां। मन माया में रम रहो निकसत नाहिन मीत। नानक मूरत चित्र ज्यों ਛਾੜਤ ਨਾਹਿਨ ਭੀਤ। ਸਤਿਗੁਰ ਸਮਝਾਉਂਦੇ ਆ ਭਾਈ ਨੌਵੇਂ ਪਾਤਸ਼ਾਹ, ਮਨ ਮਾਇਆ ਮੇ ਰਮ ਗਏ ਰਹੋ ਨਿਕਸਤ ਨਾਹਿਨ ਮੀਤ। ਨਾਨਕ ਮੂਰਤ ਚਿਤਰ ਜਿਉ ਛਾੜਤ ਨਾਹਿਨ ਭੀਤ। ਜਿਵੇਂ ਦੀਵਾਰ ਤੇ ਕੰਧ ਤੇ ਚਿੱਤਰ ਛਪਿਆ ਹੁੰਦਾ ਹੈ, ਉਹਦੇ ਵਿੱਚ ਐਂ ਸਮਾ ਜਾਂਦਾ ਮਨ। ਸਤਿਗੁਰ ਸਮਝਾਉਂਦੇ ਆ ਮਾਇਆ ਦੇ ਵਿੱਚ ਐਂ ਫਸ ਗਿਆ ਬੁਰੀ ਤਰ੍ਹਾਂ, ਇਸ ਕਰਕੇ ਇਹਦਾ ਜੰਮਣ ਮਰਨ ਹੈ। ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਆਨੰਦ ਸਾਹਿਬ ਸਤਿਗੁਰ ਸਮਝਾਉਂਦੇ ਨੇ, ਜਦੋਂ ਜੀਵ ਜਨਮ ਲੈਂਦਾ ਤ੍ਰੇਤੇ ਤੋਂ ਭਾਵ ਦੇਵਲੋਕ ਤੋਂ ਦੁਆਪੁਰ ਗਰਭ ਵਿੱਚ ਆ ਕੇ ਜਨਮ ਲੈਂਦਾ ਹੈ, ਸਰੀਰ ਕਰਕੇ, ਆਤਮਾ ਕਰਕੇ ਨਹੀਂ। ਆਤਮਾ ਕਰਕੇ ਇਹਦਾ ਜਨਮ ਹੋਣਾ ਹੈ ਹਲੇ। ਉਹੀ ਤਾਂ ਗਤੀ ਹੈ ਆਤਮਾ ਦੀ। ਉਹ ਗਿਆਨ ਨਾ ਹੋਣੀ ਹੈ, ਗੁਰ ਸ਼ਬਦ ਨਾਲ ਗਤੀ ਹੋਣੀ। ਅਸੀਂ ਸਰੀਰ ਦੀ ਕਰੀ ਜਾਂਦੇ, ਸਾਨੂੰ ਸੱਚ ਦਾ ਗਿਆਨ ਨਹੀਂ, ਤਾਂ ਕਰਕੇ ਅਸੀਂ ਕੁਰਾਹੇ ਪੈ ਗਏ। ਜਨਮ ਤੋਂ ਬਾਅਦ ਫਿਰ ਜਦੋਂ ਸਰੀਰ ਕਰਕੇ ਜਨਮ ਲੈਂਦਾ ਹੈ, ਹੁਕਮ ਨਾਲੋਂ ਟੁੱਟ ਜਾਂਦਾ ਹੈ। ਹੁਕਮ ਤਾਂ ਹੈ, ਹੁਕਮ ਤਾਂ ਪਾਲਣਾ ਕਰਦਾ। ਨਾਨਕ ਜਨ ਤੋਂ ਪਾਏ ਕਿ ਸੰਭਾਲੇ ਸਭਨਾ, ਸਾਰਿਆਂ ਦੀ ਸੰਭਾਲ ਕਰਦਾ ਹੈ, ਸਰਵ ਵਿਆਪੀ ਹੈ। ਪਰ ਸਾਡੀ ਪਕੜ ਚੋਂ ਜਿਹੜਾ ਹੁਕਮ ਚਲਿਆ ਜਾਂਦਾ ਹੈ, ਕਿਉਂ? ਮਾਇਆ ਕਰਕੇ। ਅੱਖਾਂ ਖੁੱਲ੍ਹਦੀਆਂ ਨੇ, ਕੰਨ ਸੁਣਨ ਲੱਗ ਜਾਂਦੇ ਨੇ, ਸਾਡੇ ਸੰਸਾਰੀ ਰਿਸ਼ਤੇ ਪੈਦਾ ਹੋ ਜਾਂਦੇ ਨੇ। ਉਹੀ ਸਤਿਗੁਰ ਸਮਝਾਉਂਦੇ ਨੇ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਲਿਵ ਟੁੱਟ ਗਈ ਹੁਕਮ ਨਾਲੋਂ, ਮਾਇਆ ਅਮਰ ਵਰਤਾਇਆ। ਮਾਇਆ ਸਰੀਰ ਉਹਨੇ ਆਪਦਾ ਖੇਲ ਵਰਤਾਤਾ। ਸਾਡੇ ਮਾਇਆ ਦੇ ਰਿਸ਼ਤੇ ਬਣ ਗਏ। ਮੇਰਿਓ ਕਹਿਤ ਹਿਤ ਸਿਉ ਬਾਧਿਓ ਚੀਤ। ਤੇਰ ਮੇਰ ਪੈਦਾ ਹੋ ਗਈ। ਉਹੀ ਸਤਿਗੁਰ ਸਮਝਾਉਂਦੇ ਨੇ, ਕਿਵੇਂ ਛੁੱਟਿਆ ਜਾਵੇ ਹੁਣ। ਮਨ ਮਾਇਆ ਮੇ ਰਮ ਰਹੋ ਨਿਕਸਤ ਨਾਹਿਨ ਮੀਤ। ਕਿਸੇ ਵਿਧੀ ਨਾਲ, ਜਿਹੜੀਆਂ ਅਸੀਂ ਵਿਧੀਆਂ ਕਰਦੇ ਹਾਂ ਸਾਰੀਆਂ ਸਰੀਰ ਕਰਕੇ, ਧਰਮ ਕਰਮ ਕਰਦੇ ਹਾਂ, ਉਹ ਸਾਰੀਆਂ ਭਾਈ ਫਾਸਣ ਦੀਆਂ ਵਿਧੀਆਂ ਨੇ। ਸਤਿਗੁਰ ਸਮਝਾਉਂਦੇ ਨੇ, ਫਾਸਣ ਕੀ ਵਿਧ ਸਭ ਕੋ ਜਾਣੇ, ਛੂਟਣ ਕੀ ਇੱਕ ਕੋਈ। ਫਸਣ ਦੀ ਤਾਂ ਆਪਾਂ ਕੀ ਵਿਚਾਰ ਨਹੀਂ, ਉਹ ਤਾਂ ਪਤਾ ਹੀ ਆਪਾਂ ਨੂੰ ਸਾਰੇ ਕਿਵੇਂ ਖੋਜ ਡਿਗੇ। ਅੰਧਕੂਪ ਮੈਂ ਪਤਿਤ ਵਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ। ਦਿਆਲੂ ਅੱਗੇ ਬੇਨਤੀ ਕਰਨੀ ਹੈ ਗੁਰ ਸ਼ਬਦ ਦਾ ਗਿਆਨ ਲੈ ਕੇ। ਫਿਰ ਸਾਡੀ ਅਰਦਾਸ ਜਿਹੜੀ ਹੈਗੀ ਆ, ਤੁਮ ਠਾਕਰ ਤੋਂ ਭਾਵ ਹੈ, ਤੂੰ ਠਾਕਰ ਹੈ, ਸਾਰਿਆਂ ਨੂੰ ਬੰਨ੍ਹ ਕੇ ਰੱਖਿਆ ਹੋਇਆ। ਫਿਰ ਠਾਕਰ ਅੱਗੇ ਬੇਨਤੀ ਕੀਤੀ ਜਾਵੇ। ਉਹ ਸਾਰੇ ਉਹਦੇ ਗੁਣਵਾਚਕ ਨਾਂ ਨੇ। ਆਪਾਂ ਨੂੰ ਗੌੜੀ ਰਾਗ 'ਚ ਸੁਖਮਨੀ ਸਾਹਿਬ 'ਚ ਸ਼ੁਰੂ ਹੁੰਦੀ ਹੈ, ਉੱਥੇ ਸਮਝਾਇਆ ਸਤਿਗੁਰਾਂ ਨੇ, ਕੀਨੇ ਰਾਮ ਨਾਮ ਇਕਾਕਰ। ਸਾਰੀ ਸੋਧ ਕੇ ਗੁਰਬਾਣੀ ਵਿੱਚ ਇਹ ਸਾਰੇ ਅੰਤਰਾਤਮਾ ਦੇ ਹੀ ਨਾਂ ਦਿੱਤੇ ਗਏ ਨੇ। ਗੋਪਾਲ, ਵਾਸਦੇਵ, ਗੋਬਿੰਦ, ਇਹ ਸਾਰੇ ਗੁਣਵਾਚਕ ਨਾਂ ਨੇ। ਅੱਖਾਂ ਕੰਨਾਂ ਦਾ ਵਿਸ਼ਾ ਨਹੀਂ ਹੈ। ਗੁਰ ਸ਼ਬਦ ਤੋਂ ਜਿਹੜਾ ਸਾਨੂੰ ਗਿਆਨ ਪੈਦਾ ਹੋਣਾ, ਉਹਦੇ ਨਾਲ ਸਾਨੂੰ ਸਮਝ ਹੋਣੀ ਹੈ, ਤਾਂ ਹੀ ਸਾਡੇ ਮਨ ਨੇ ਟਿਕਣਾ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰ ਸ਼ਬਦ ਤੋਂ ਬਿਨਾਂ ਗਿਆਨ ਨਹੀਂ ਹੋਣਾ, ਗਿਆਨ ਤੋਂ ਬਿਨਾਂ ਮਨ ਨੇ ਨਹੀਂ ਟਿਕਣਾ। ਮਨ ਟਿਕਣ ਤੋਂ ਭਾਵ ਸੰਤੋਖ। ਇਹ ਦੋ ਪਦਾਰਥ ਸਾਨੂੰ ਮਿਲ ਜਾਂਦੇ ਨੇ ਗੁਰ ਸ਼ਬਦ ਦੇ ਗਿਆਨ ਨਾਲ, ਗਿਆਨ ਤੇ ਮੁਕਤੀ। ਫਿਰ ਸਾਨੂੰ ਸਮਝ ਆਉਂਦੀ ਹੈ, ਮਨ ਮਾਇਆ ਮੇ ਰਮ ਰਹੋ ਨਿਕਸਤ ਨਾਹਿਨ ਮੀਤ। ਹੋਈ ਸਤਿਗੁਰ ਸਮਝਾਉਂਦੇ ਆਨੰਦ ਸਾਹਿਬ ਦੇ ਵਿੱਚ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਸਾਡੇ ਮਾਇਆ ਦੇ ਰਿਸ਼ਤੇ ਪੈ ਜਾਂਦੇ ਨੇ, ਸਾਡਾ ਸਮਾਂ ਹੀ ਨਿਕਲ ਜਾਂਦਾ। ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ। ਸਾਨੂੰ ਪਤਾ ਹੀ ਨਹੀਂ ਲੱਗਦਾ ਜਦੋਂ ਸਮਾਂ ਨਿਕਲ ਜਾਂਦਾ। ਨਾਨਕ ਮੂਰਤ ਚਿੱਤਰ ਜਿਉਂ ਛਾੜਤ ਨਾਹਿਨ ਭੀਤ। ਅਸੀਂ ਹੋਰ ਮਾਇਆ ਦਲਦਲ ਦੇ ਵਿੱਚ ਫਸ ਜਾਂਦੇ। ਜਦੋਂ ਸਮਾਂ ਆ ਜਾਂਦਾ, ਰਾਜਾ ਪਰਜਾ ਸ਼ੰਕਰ ਮਾਰੇ ਐਸੋ ਕਾਲ ਵਡਾਨੀ ਰੇ। ਕਿੱਡੇ ਵੀ ਅਸੀਂ ਸੰਸਾਰੀ ਰੁਤਬੇ ਪ੍ਰਾਪਤ ਕਰ ਲਈਏ, ਸੰਸਾਰ ਦੀ ਵਡਿਆਈ ਪ੍ਰਾਪਤ ਕਰ ਲਈਏ, ਪਰ ਕਾਲ ਨਹੀਂ ਛੱਡਦਾ ਹੈਗਾ। ਆਪਾਂ ਕਿਵੇਂ ਸਤਿਗੁਰਾਂ ਅੱਗੇ ਬੇਨਤੀ ਕਰਦੇ ਹਾਂ। ਆਪਾਂ ਬਾਬਾ ਫਰੀਦ ਜੀ ਦਾ ਸਲੋਕ ਲਈਏ। ਫਰੀਦਾ
ਮੌਤੇ ਦਾ ਬੰਨਾ ਐਵੇਂ ਦਿਸੇ, ਜਿਉਂ ਦਰਿਆਵੇ ਢਾਹਾ। ਅੱਗੇ ਦੋਜਕ ਤਪਿਆ, ਸੁਣੀਏ ਹੂਲ ਪਵੇ ਕਹਾ। ਬਾਬਾ ਫਰੀਦ ਜੀ ਸਮਝਾਉਂਦੇ ਆ, ਬੁੱਧੀਮਾਨ ਨੂੰ ਸਮਝਾਉਂਦੀ ਐ ਕਹਿ ਲਓ, ਅਸੀਂ ਐਂ ਮੌਤ ਦੇ ਬੰਨੇ ਹੋਏ ਹਾਂ, ਜਿਵੇਂ ਸਮੁੰਦਰ ਦੀਆਂ ਛੱਲਾਂ ਆ ਕੇ ਉਹ ਢੇਰ ਨੂੰ, ਖਾਰਾਂ ਜਿਹੜੀਆਂ ਪੈਂਦੀਆਂ ਨੇ ਛੱਲਾਂ ਆ ਕੇ ਉਹ ਮਿੱਟੀ ਖਰਦੀ ਹੈ। ਸਾਡਾ ਜੀਵਨ ਐਂ ਜਾ ਰਿਹਾ, ਆਪਾਂ ਇਹਦੀ ਵਿਚਾਰ ਕਰ ਲਈਏ ਤਾਂ ਔਧ ਘਟੇ ਦਿਨ ਸਰਣਾਰੇ, ਮਨ ਮਿਲ ਗੁਰ ਕਾਜ ਸਵਾਰੇ। ਗੁਰ ਕਾਜ ਤੋਂ ਭਾਵ ਗੁਰ ਸ਼ਬਦ, ਗੁਰ ਦਾ ਗਿਆਨ ਆਪਾਂ ਕਾਜ ਸਵਾਰਨਾ ਵਾ ਇਹ, ਫਿਰ ਸਾਡਾ ਸੰਸਾਰ ਤੋਂ ਛੁਟਕਾਰਾ ਹੋਣਾ। ਗੁਰ ਸ਼ਬਦ ਦੇ ਗਿਆਨ ਤੋਂ ਬਾਅਦ ਸਾਨੂੰ ਗਿਆਨ ਤੇ ਮੁਕਤੀ ਮਿਲ ਜਾਣੀ ਹੈ, ਫਿਰ ਸਾਡੀ ਨਾਮ ਦੀ ਭਗਤੀ ਸ਼ੁਰੂ ਹੋਣੀ ਹੈ, ਫਿਰ ਗੁਰੂ ਦਾ ਦਰਸ਼ਨ ਹੋਣਾ, ਫਿਰ ਜੰਮਣ ਮਰਨ ਤੋਂ ਸਾਡਾ ਛੁਟਕਾਰਾ ਹੋਣਾ। ਦਰਸ਼ਨ ਪਰਸੀਏ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਜੇ ਕਿਸੇ ਨੇ ਜਨਮ ਮਰਨ ਦਾ ਗੇੜ ਮਟਾਉਣਾ ਵਾ ਤਾਂ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਆਪਾਂ ਨੂੰ ਚੱਲਣਾ ਪਊਗਾ। ਨਹੀਂ ਤਾਂ ਭਗਤ ਬਾਬਾ ਫਰੀਦ ਜੀ ਸਮਝਾਉਂਦੇ ਨੇ, ਅੱਗੇ ਦੋਜਕ ਤਪਿਆ ਸੁਣੀਏ ਹੋਲ ਪਵੇ ਕਹਾ। ਦੋਜਕ ਤੋਂ ਭਾਵ ਨਰਕ, ਜੰਮਣ ਮਰਨ ਨੂੰ ਫਿਰ ਚਲੀ ਜਾਂਦੀ ਹੈ ਜੀਵ ਆਤਮਾ। ਕਿਵੇਂ ਸਾਨੂੰ ਇਹ ਪ੍ਰਾਪਤੀ ਹੋਵੇ? ਆਪਾਂ ਸਤਿਗੁਰਾਂ ਦੇ ਵਚਨ ਲਈਏ। ਰਾਗ ਸਾਰੰਗ ਚੌਪਦੇ, ਮਹੱਲਾ ਪਹਿਲਾ, ਘਰ ਪਹਿਲਾ। ਕੋਈ ਕੀ ਸਮਝਾਉਂਦੇ ਨੇ? ਆਪਣੇ ਠਾਕਰ ਕੀ ਹਉ ਚੇਰੀ, ਚਰਨ ਗਹੇ ਜਗ ਜੀਵਨ ਪ੍ਰਭ ਕੇ, ਹਉਮੈ ਮਾਰ ਨਵੇਰੀ। ਇਹ ਮਾਇਆ, ਇਹ ਹਉਮੈ ਕਿਵੇਂ ਜਾਵੇ? ਸਤਿਗੁਰ ਸਮਝਾ ਰਹੇ ਨੇ ਪਹਿਲੀ ਪਾਤਸ਼ਾਹੀ। ਚੇਰੀ ਤੋਂ ਭਾਵ ਸੇਵਕ, ਗੁਰਸਿੱਖ, ਜੋ ਜੋ ਜਪੇ ਤਿਸ ਕੀ ਗਤ ਹੋਏ, ਉਹਦੀ ਗਤੀ ਹੋਊਗੀ। ਸਤਿਗੁਰ ਸਮਝਾਉਂਦੇ ਨੇ, ਚੌਂ ਬਾਰਨਾ ਕੋ ਉਪਦੇਸ਼ ਸਾਂਝਾ। ਕੋਈ ਵੀ ਜਪ ਸਕਦਾ ਹੈ, ਕੋਈ ਵੀ ਸਮਝ ਸਕਦਾ ਹੈ, ਸਰਬ ਸਾਂਝੀ ਗੁਰਬਾਣੀ ਹੋਈ। ਸਤਿਗੁਰ ਸਮਝਾਉਂਦੇ ਨੇ, ਆਪਣੇ ਠਾਕਰ ਕੀ ਹੂੰ ਚੇਰੀ, ਚਰਨ ਗਏ ਬਾਣੀ। ਚਰਨ ਹੈ ਆਤਮਾ ਦੇ, ਪ੍ਰਭ ਕੇ ਚਰਨ ਨੇ, ਚਰਨ ਕਮਲ ਪ੍ਰਭ ਕੇ ਨਿਤ ਆਓ। ਆਤਮਾ ਨੇ ਗੁਣਾਂ ਦੀ ਪ੍ਰਾਪਤੀ ਕਰਨੀ ਹੈ, ਨਿਰਭਉ ਹੋਣਾ, ਨਿਰਵੈਰ ਹੋਣਾ, ਕਾਲ ਤੋਂ ਮੁਕਤ ਹੋਣਾ, ਜੂਨੀ ਸਰੀਰ 'ਚ ਰਹਿੰਦਿਆਂ ਹੋਇਆਂ ਪਾਰ ਨਿਕਲਣਾ ਵਾ। ਪਾਰ ਉਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਗੁਰ ਸ਼ਬਦ ਦਾ ਗਿਆਨ ਇਹੋ ਜਿਹਾ ਮਾਇਆ ਪਾਰ ਕਰਾ ਦਿੰਦਾ ਵਾ। ਇਹ ਚਾਰੇ ਗੁਣਾਂ ਦੀ ਆਪਾਂ ਪ੍ਰਾਪਤੀ ਕਰਨੀ ਹੈ, ਫਿਰ ਆਪਣੀ ਭਗਤੀ ਸ਼ੁਰੂ ਹੋਣੀ ਆ। ਗੁਣ ਸਾਡੇ 'ਚ ਕੋਈ ਨਹੀਂ, ਭਗਤ ਅਸੀਂ ਪਹਿਲਾਂ ਹੀ ਬਣ ਜਾਂਦੇ, ਉਹ ਸਰੀਰ ਕਰਕੇ ਬਣ ਜਾਂਦੇ, ਸਾਨੂੰ ਭਰਮ ਪੈ ਜਾਂਦਾ। ਜਪਜੀ ਸਾਹਿਬ ਸਤਿਗੁਰਾਂ ਦੇ ਵਚਨ ਨੇ, ਬਿਨ ਗੁਣ ਕੀਤੇ ਭਗਤ ਨਾ ਹੋਈ। ਗੁਣਾਂ ਤੋਂ ਬਿਨਾਂ ਉਹਦੀ ਭਗਤੀ ਨਹੀਂ ਹੁੰਦੀ। ਨਿਰਭਉ ਨਹੀਂ ਹੁੰਦੇ ਅਸੀਂ, ਨਿਰਵੈਰ ਨਹੀਂ ਹੁੰਦੇ, ਵੈਰ ਵਿਰੋਧ ਸੰਸਾਰ ਨਾਲ ਰਹਿੰਦਾ ਵਾ। ਨਿਰਭਉ ਨਹੀਂ, ਭੈ ਸਾਡੇ ਅੰਦਰ ਰਹਿੰਦਾ ਵਾ। ਭੈ ਤੋਂ ਬਾਅਦ ਇਹ ਭਗਤੀ ਸ਼ੁਰੂ ਹੁੰਦੀ ਹੈ। ਭੈ ਬਿਨ ਭਗਤ ਨਾ ਹੋਵੀ, ਨਾ ਸੁਖ ਬਸੇ ਮਨ ਆਏ, ਨਾਨਕ ਨਾਮ ਵੀ ਹੋਣੇ ਜਾਸੀ ਜਨਮ ਗਵਾਏ। ਨਾਮ ਦੀ ਪ੍ਰਾਪਤੀ ਤੋਂ ਬਿਨਾਂ ਇਹ ਭਗਤੀ ਨਹੀਂ ਹੁੰਦੀ, ਉਹਦਾ ਜਸ ਨਹੀਂ ਹੁੰਦਾ। ਮਾਇਆ ਪਾਰ ਕਰਨੀ ਆ। ਆਪਾਂ ਪਿੱਛੇ ਵਿਚਾਰ ਕੀਤੀ ਹੈ, ਪਾਰ ਉਪਾਰ ਪ੍ਰੀਤਮ। ਆਤਮਾ ਦਾ ਪ੍ਰਾਤਮਾ ਪ੍ਰੀਤ ਜਿਹੜਾ ਹੈਗਾ, ਪ੍ਰੀਤਮ, ਉਹੀ ਤਾਂ ਸਾਡੇ ਅੰਦਰ ਹੈ। ਉਹਦਾ ਤਾਂ ਦਰਸ਼ਨ ਕਰਨਾ, ਉਹੀ ਤਾਂ ਬਾਣੀ ਦਰਸ਼ਨ ਕਰਾਉਂਦੀ ਆ ਆਪਾਂ ਨੂੰ। ਇੱਕ ਦਾ ਹਰ ਦਰਸ਼ਨ ਹੈ। ਗੁਰ ਸ਼ਬਦ ਲੰਘਾਵੇ। ਗੁਰ ਸ਼ਬਦ ਦੇ ਗਿਆਨ ਨੇ ਸਾਨੂੰ ਮਾਇਆ ਪਾਰ ਕਰਾ ਦੇਣੀ ਹੈ। ਇਹ ਮਾਇਆ ਕਿਹਨੇ ਬਣਾਈ? ਇਹ ਵੀ ਉਹ ਨਹੀਂ ਬਣਾਈ ਹੈ। ਆਵਣ ਜਾਵਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਸਾਰਾ ਕੁਛ ਤਾਂ ਉਹਦੇ ਹੁਕਮ ਦੇ ਵਿੱਚ ਹੈ ਭਾਈ। ਆਪਦੀ ਮੱਤ ਨਾਲ ਇੱਥੋਂ ਕੋਈ ਕੁਛ ਨਹੀਂ ਲੈ ਸਕਦਾ। ਸਾਨੂੰ ਭਰਮ ਜ਼ਰੂਰ ਪੈ ਜਾਂਦਾ। ਜਿਸ ਧਨ ਕੋ ਚਾਰ ਕੁੰਟ ਉਠਤਾਵੇ, ਸੋ ਧਨ ਹਰ ਸੇਵਾ ਤੇ ਪਾਵੇ। ਸੰਸਾਰੀ ਧਨ ਵੀ, ਮਨੁੱਖਾ ਦੇਹੀ, ਜੋ ਵੀ ਸੰਸਾਰ ਦਿੱਤਾ ਕੁਦਰਤ ਨਹੀਂ ਦਿੱਤਾ, ਸਾਰੀ ਉਹਦੀ ਹੀ ਕਿਰਪਾ ਵਾ। ਉਹੀ ਸਤਿਗੁਰ ਸਮਝਾਉਂਦੇ ਨੇ, ਚਰਨ ਗਏ ਜਗ ਜੀਵਨ ਪ੍ਰਭ ਕੇ, ਹਉਮੈ ਮਾਰ ਨਵੇਰੀ। ਜਿਹੜੇ ਗੁਰਸ਼ਬਦ ਦੀ ਕਮਾਈ ਕਰਦੇ ਉਹਨਾਂ ਦੀ ਹਉਮੈ ਚਲੀ ਜਾਂਦੀ ਹੈ। ਫਿਰ ਆਤਮਾ ਪ੍ਰਾਤਮਾ ਦੇ ਦਰਸ਼ਨ ਕਰ ਲੈਂਦੀ ਹੈ। ਤੋਂ ਬਾਅਦ ਫਿਰ ਸਾਡੀ ਜਿਹੜੀ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ, ਜਿਹਨੂੰ ਦੇਵਲੋਕ ਵੀ ਕਿਹਾ, ਬਾਣੀ ਵਿੱਚ ਹਰਿਦੁਆਰ ਵੀ ਕਿਹਾ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਰਹਾਓ। ਪੂਰਨ ਪਰਮ ਜੋਤ ਪਰਮੇਸ਼ਰ, ਪ੍ਰੀਤਮ ਪ੍ਰਾਨ ਹਮਾਰੇ, ਮੋਹਨ ਮੋਲਿਆ ਮਨ ਮੇਰਾ, ਸਮਝਸ ਸ਼ਬਦ ਵਿਚਾਰੇ। ਸਤਿਗੁਰ ਐਂ ਸਮਝਾਉਂਦੇ ਆ ਭਾਈ, ਪੂਰਨ ਪਰਮ ਜੋਤ ਪਰਮੇਸ਼ਰ, ਪ੍ਰੀਤਮ ਪ੍ਰਾਣ ਹਮਾਰੇ। ਜਿਹੜਾ ਸਾਡਾ ਸਾਹ ਚੱਲ ਰਿਹਾ ਵਾ, ਪਰ ਅਰਦਾਸ ਭਗਤ ਜੀ ਦਾ ਸ਼ਬਦ ਲੈ ਲੈਂਦੇ ਹਾਂ। ਜਿਹੜਾ ਸਾਡਾ ਸਰੀਰ ਉਹਦੀ ਕਿਰਪਾ ਨਾਲ ਸਾਨੂੰ ਮਿਲਿਆ ਵਾ। ਜਿਨ ਜੀਓ ਪਿੰਡ ਦੀ ਆ ਰਿਜ਼ਕ ਵਰਾਵੇ, ਸਭ ਘਟ ਭੀਤਰ ਹਾਟ ਚਲਾਵੇ। ਉਹਦੀ ਤਾਂ ਕਿਰਪਾ ਹੈ ਸਾਰੀ। ਉਹਦੀ ਕਿਰਪਾ ਨਾਲ ਸਾਡਾ ਸਾਹ ਚੱਲ ਰਿਹਾ ਵਾ। ਤੁਮ ਠਾਕਰ ਤੁਮ ਪੇ ਅਰਦਾਸ, ਜੀਓ ਪਿੰਡ ਸਭ ਤੇਰੀ ਰਸ। ਅਰਦਾਸ ਦੇ ਵੀ ਸਤਿਗੁਰ ਵੀ ਇਹੀ ਸਮਝਾ ਰਹੇ ਨੇ, ਜੀਓ ਜੀਵ ਆਤਮਾ ਪਿੰਡ ਸਰੀਰ, ਸਾਰਾ ਕੁਛ ਤਾਂ ਉਹਦਾ ਵਾ। ਪਰ ਸਾਨੂੰ ਭਰਮ ਪੈ ਜਾਂਦਾ, ਕਿਉਂਕਿ ਮਾਇਆ ਦੇ ਰਿਸ਼ਤੇ ਬਣ ਜਾਂਦੇ ਨੇ। ਉਹੀ ਸਤਿਗੁਰਾਂ ਨੇ ਸਮਝਾਇਆ ਆਪਾਂ ਨੂੰ, ਨੌਵੇਂ ਪਾਤਸ਼ਾਹ ਨੇ, ਮਨ ਮਾਇਆ ਮੇਰਾ ਮਰੇ ਹੋ।
ਨਿਕਸਤ ਨਾਹੀ ਮੀਤ, ਕਿਵੇਂ ਨਿਕਲਣਾ ਹੋਈ ਸਤਿਗੁਰੂ ਸਮਝਾਉਂਦੇ ਨੇ। ਮੋਹਨ ਮੋਹ ਲਿਆ ਮਨ ਮੇਰਾ, ਸਮਝ ਸ਼ਬਦ ਵਿਚਾਰੇ। ਸ਼ਬਦ ਦੀ ਵਿਚਾਰ ਨਾਲ ਸਾਡਾ ਜਿਹੜਾ ਮੋਹ ਦਾ ਜਾਲ ਕੱਟਿਆ ਜਾਂਦਾ। ਆਪਾਂ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ। ਮਨ ਰੇ ਹਉਮੈ ਮੋਹ ਦੁਖ ਭਾਰੀ, ਉਹ ਭਵਜਲ ਜਗਤ ਨ ਜਾਈ ਤਰਨ, ਗੁਰਮੁਖ ਤਰ ਹਰ ਤਾਰੀ। ਇਹ ਗੁਰਮੁਖਾਂ ਦੀ, ਭਗਤ ਗੁਰੂ ਸਾਹਿਬਾਨਾਂ ਦੀ ਬਾਣੀ ਹੈ, ਸੰਤ ਜਨਾਂ ਦੀ, ਭਗਤ ਜਨਾਂ ਦੀ। ਆਪਾਂ ਇਹਦੇ ਰਾਹ ਤੇ ਚੱਲਣਾ, ਫਿਰ ਇਹ ਆਪਾਂ ਹਉਮੈ ਦਾ ਜਾਲ ਕੱਟਣਾ ਜਿਹੜਾ ਮਾਇਆ ਦੇ ਵਿੱਚ ਫਸਿਆ। ਸਤਿਗੁਰ ਸਮਝਾਉਂਦੇ ਨੌਵੇਂ ਪਾਤਸ਼ਾਹ, ਫਿਰ ਆਪਾਂ ਪਾਰ ਨਿਕਲਾਂਗੇ। ਉਹੀ ਸਤਿਗੁਰ ਸਮਝਾਉਂਦੇ ਨੇ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ। ਮਨ ਮੁਖ ਹੀਨ ਹੋਸੀ ਮਤ ਝੂਠੀ, ਮਨ ਤਨ ਪੀਰ ਸਰੀਰੇ, ਜਬ ਕੀ ਰਾਮ ਰੰਗੀਲੇ ਰਾਤੀ, ਰਾਮ ਜਪਤ ਮਨ ਧੀਰੇ। ਜਦ ਤੱਕ ਅਸੀਂ ਮਨ ਦੇ ਪਿੱਛੇ ਚੱਲਦੇ ਹਾਂ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਏ, ਗੁਰ ਕੇ ਭਾਣੇ ਜੋ ਚੱਲੇ ਭਾਈ, ਬੋਹਿਤ ਬੈਠਾ ਆਏ। ਉਹੀ ਸਤਿਗੁਰ ਸਮਝਾਉਂਦੇ ਨੇ। ਮਨ ਮੁਖ ਹੀਨ ਹੋਸੀ ਮਤ ਝੂਠੀ, ਮਨ ਤਨ ਪੀੜ ਸਰੀਰੇ। ਕਲਪਨਾ ਜਾਂਦੀ ਨਹੀਂ, ਕਾਲ ਸਾਨੂੰ ਛੱਡਦਾ ਨਹੀਂ ਭਾਈ। ਕਉ ਕਬੀਰ ਤਬ ਹੀ ਨਰ ਜਾਗੇ, ਜਬ ਜਮ ਕਾ ਡੰਡ ਮੂਡ ਮੈ ਲਾਗੇ। ਜਾਗਦਾ ਵਾ ਪਰ ਜਾਨੂੰ ਸਮਾਂ ਨਿਕਲ ਜਾਂਦਾ ਵਾ। ਰਾਮ ਸਿਮਰ ਮੂੜੇ ਪਛਤਾਏਗਾ। ਸਾਨੂੰ ਸਮਾਂ ਨਿਕਲ ਜਾਣਾ ਭਾਈ। ਇਹ ਸ਼ਬਦ ਦੀ ਵਿਚਾਰ ਆਪਾਂ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲ ਕੇ ਪ੍ਰਾਪਤੀ ਕਰਨੀ ਹੈ। ਇਹ 'ਚ ਸਾਨੂੰ ਗਿਆਨ ਪੈਦਾ ਹੋ, ਗਿਆਨ ਨਾਲ ਫਿਰ ਮੁਕਤੀ ਮਨ ਸੰਤੋਖ 'ਚ ਆ ਗਈ। ਸਾਡੀ ਪਹਿਲੀ ਪੌੜੀ ਹੈ, ਫਿਰ ਭਗਤੀ ਸ਼ੁਰੂ ਹੁੰਦੀ ਹੈ ਆਪਣੀ ਨਾਮ ਦੀ, ਜਿਹਨੂੰ ਹੁਕਮ ਕਿਹਾ ਬਾਣੀ ਵਿੱਚ। ਇੱਕੋ ਨਾਮ ਹੁਕਮ ਹੈ, ਸਤਿਗੁਰ ਦੀਆ ਬੁਝਾਏ ਜੀਓ। ਹੁਕਮ ਨਾਲ ਸ੍ਰਿਸ਼ਟੀ ਸਾਜੀ ਜਾਂਦੀ ਹੈ। ਸਤਿਗੁਰਾਂ ਦੇ ਵਚਨ ਲੈ ਲੈਣੇ। ਨਾਮੇ ਉਤਪਤ ਨਾਮੇ ਹੀ ਪਰ ਲੋ। ਹੁਕਮ ਜਦੋਂ ਪ੍ਰਗਟ ਹੁੰਦਾ ਹੈ, ਫਿਰ ਹੀ ਸ੍ਰਿਸ਼ਟੀ ਸਾਜੀ ਜਾਂਦੀ ਹੈ। ਉਹਦੇ ਨਾਲ ਉਤਪਤੀ ਹੁੰਦੀ ਹੈ, ਉਹਦੇ ਨਾਲ ਸਮਾਪਤੀ ਹੁੰਦੀ ਹੈ, ਪਰਲੋ ਆਉਂਦੀ ਹੈ। ਜਬਕਿ ਰਾਮ ਰੰਗੀਲੇ ਰਾਤੀ, ਰਾਮ ਜਪਤ ਮਨ ਧੀਰੇ। ਫਿਰ ਟਿਕ ਜਾਂਦਾ ਹੈ ਜਦੋਂ ਰਾਮ ਦਾ ਆਪਾਂ ਗਿਆਨ, ਗੁਰ ਸ਼ਬਦ ਦਾ ਗਿਆਨ ਲੈਂਦੇ ਹਾਂ। ਆਤਮਾ ਪ੍ਰਾਤਮਾ ਦਾ ਦਰਸ਼ਨ ਕਰ ਲੈਂਦੀ ਹੈ ਗਿਆਨ ਨਾਲ, ਉਹਦੀ ਗਤੀ ਹੋ ਜਾਂਦੀ ਹੈ। ਗਤੀ ਆਤਮਾ ਦੀ ਹੋਣੀ ਹੈ, ਸਰੀਰ ਕਰਕੇ ਕਰੀ ਜਾਂਦੇ ਹਾਂ। ਭੁੱਖੀ ਆਤਮਾ ਵਾ ਅਸੀਂ ਲੰਗਰ ਜਿਹੜੇ ਬਾਹਰ ਲਾਉਂਦੇ ਹਾਂ, ਭੰਡਾਰੇ ਕਰਦੇ ਹਾਂ, ਉਹ ਸਰੀਰ ਕਰਕੇ ਆ ਭਾਈ। ਆਤਮਾ ਤਾਂ ਭੁੱਖੀ ਹੈ। ਨਾਮ ਤਤ ਸਭ ਹੀ ਸਿਰ ਜਾਪੇ, ਬਿਨ ਨਾਮੇ ਦੁਖ ਕਾਲ ਸੰਤਾਪੇ। ਤਤ ਗਿਆਨ ਤੋਂ ਬਿਨਾਂ, ਗੁਰ ਸ਼ਬਦ ਦੇ ਗਿਆਨ ਤੋਂ ਬਿਨਾਂ ਆਤਮਾ ਭਟਕਦੀ ਰਹਿੰਦੀ ਹੈ। ਇਹਦੀ ਗਤੀ ਹੋਣੀ ਹੈ। ਹੁਣ ਆਓ ਸਾਰੇ ਮਿਲ ਕੇ ਇਹਨੂੰ ਵਿਚਾਰਦੇ ਰਹੀਏ, ਸਾਨੂੰ ਵੀ ਪ੍ਰਾਪਤੀ ਹੋਵੇ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ। ਹਉਮੈ ਛੋੜ ਪਈ ਵੈਰਾਗਨ, ਤਬ ਸਾਚੀ ਸੁਰਤ ਸੁਮਾਨੀ, ਐ ਕੁਲ ਨਿਰੰਜਨ ਸਿਉ ਮਨ ਮਾਨਿਆ, ਬਿਸਰੀ ਲਾਜ ਲੋਕਾਨੀ। ਹਉਮੈ ਛੋੜ ਪਈ ਵੈਰਾਗਨ। ਸਤਿਗੁਰ ਸਮਝਾਉਂਦੇ ਹਉਮੈ ਭਾਵ ਇੱਛਾ ਜਦੋਂ ਚਲੀਆਂ ਜਾਂਦੀਆਂ, ਵੈਰਾਗਨ ਤੋਂ ਭਾਵ ਤਿੰਨ ਅਵਸਥਾ ਨੇ ਆਪਣੀਆਂ। ਸਤਿਗੁਰਾਂ ਨੇ ਗੁਰਬਾਣੀ ਵਿੱਚ ਸਮਝਾਇਆ। ਦਸਵੇਂ ਪਾਤਸ਼ਾਹ ਵੀ ਸਮਝਾਉਂਦੇ ਨੇ। ਰਾਗ, ਵੈਰਾਗ, ਅਨੁਰਾਗ। ਜਦ ਤੱਕ ਮਨ ਬੁੱਧੀ ਬੋਲਦੇ ਨੇ, ਇੱਛਾ ਕਰਦੇ, ਉਹਨੂੰ ਰਾਗ ਕਹਿੰਦੀ ਹੈ ਬਾਣੀ। ਕੋ ਗਾਵੇ ਰਾਗੀ ਨਾਦੀ ਵੇਦੀ, ਬੋ ਭਾਤ ਕਰ ਨਾ ਭੀਜੇ ਰਾਮ ਰਾਜ। ਮਨ ਟਿਕਦਾ ਨਹੀਂ ਹੈਗਾ। ਵੈਰਾਗ ਤੋਂ ਭਾਵ ਮਨ ਦਾ ਚੁੱਪ ਹੋ ਜਾਣਾ, ਗੁਰ ਸ਼ਬਦ ਦੇ ਗਿਆਨ ਨਾਲ ਸੰਤੋਖ ਆ ਜਾਣਾ, ਜਿਹਨੂੰ ਦੋ ਪਦਾਰਥ ਵੀ ਗੁਰਬਾਣੀ ਵਿੱਚ ਆਖਿਆ। ਗਿਆਨ ਤੋਂ ਬਾਅਦ ਸਾਨੂੰ ਮੁਕਤੀ ਮਿਲ ਜਾਂਦੀ ਹੈ, ਉਹਨੂੰ ਵੈਰਾਗ ਕਿਹਾ ਹੈ। ਫਿਰ ਮਨ ਆਪਦਾ ਰਾਗ ਨਹੀਂ ਲੱਭਦਾ। ਫਿਰ ਅਨੁਰਾਗ, ਅਨੁਰਾਗ ਤੋਂ ਭਾਵ ਜਦੋਂ ਜਸ ਕਰਦਾ ਹੈ, ਅਨੁਰਾਗ ਹੁਕਮ ਅਨੁਸਾਰੀ ਹੋ ਜਾਂਦਾ। ਤੀਜੀ ਅਵਸਥਾ ਇਹ ਪ੍ਰਾਪਤ ਕਰਨੀ ਆ ਆਪਾਂ। ਹੋਈ ਸਤਿਗੁਰ ਸਮਝਾਉਂਦੇ ਨੇ। ਹਉਮੈ ਛੋੜ ਪਈ, ਜਦ ਹਉਮੈ ਇੱਛਾ ਚਲੀ ਜਾਂਦੀਆਂ ਨੇ, ਵੈਰਾਗਨ ਤਬ ਸਾਚੀ ਸੁਰਤ ਸਮਾਨੀ। ਫਿਰ ਸੱਚ ਸੁਰਤ ਸਾਡੀ ਸਮਾਉਂਦੀ ਹੈ। ਗੁਰ ਸ਼ਬਦ ਸਮਾਵੇ। ਗੁਰ ਸ਼ਬਦ ਦੇ ਗਿਆਨ ਦੇ ਵਿੱਚ ਜਿਹੜੀ ਸਾਡੇ ਮਨ ਬੁੱਧੀ ਸਮਾ ਜਾਂਦੇ ਨੇ। ਆਤਮਾ ਪ੍ਰਾਤਮਾ ਏਕੋ ਕਰੇ, ਅੰਤਰ ਕੀ ਦੁਵਿਧਾ ਅੰਤਰ ਮਰੇ। ਦੁਵਿਧਾ ਇਹ ਸੰਸਾਰ ਖਤਮ ਹੋ ਜਾਂਦਾ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਆ। ਅਕੁਲ ਨਿਰੰਜਨ ਸਿਉ ਮਨ ਮਾਨਿਆ, ਬਿਸਰੀ ਲਾਜ ਲੋਕਾਨੀ। ਅਕੁਲ ਜੀ ਦੀ ਕੋਈ ਕੁੱਲ ਨਹੀਂ, ਸਾਰੇ ਉਹਦੇ ਹੀ ਨੇ। ਕਹੋ ਕਬੀਰ ਤੂੰ ਰਾਮ ਕੀ ਅੰਸ। ਕੁੱਲਾਂ ਸਾਡੇ ਸੰਸਾਰ 'ਚ ਹੁੰਦੀਆਂ ਸਰੀਰ ਕਰਕੇ। ਪਹਿਚਾਣ ਖਾਤਰ ਨਾਮ ਦਿੱਤੇ ਜਾਂਦੇ ਸਾਨੂੰ ਸਰੀਰਾਂ ਦੇ। ਨਿਰੰਜਨ ਨਾਮ, ਅੱਖਾਂ ਕੰਨਾਂ ਦਾ ਵਿਸ਼ਾ ਨਹੀਂ, ਨਿਰਾਕਾਰ। ਸਿਉ ਮਨ ਮਾਨਿਆ, ਬਿਸਰੀ ਲਾਜ ਲੋਕਾਨੀ। ਜਦੋਂ ਸੱਚ ਦਾ ਗਿਆਨ ਹੋ ਜਾਂਦਾ ਹੈ, ਫਿਰ ਸੰਸਾਰ ਦਾ, ਜਮਾਂ ਦਾ ਭੈ ਚੱਕਿਆ ਜਾਂਦਾ ਹੈ। ਇਹ ਜੀਵ ਆਤਮਾ ਨਿਰਭਉ ਹੋ ਜਾਂਦੀ ਹੈ। ਨਿਰਭਉ ਜਪੇ ਸਗਲ ਭਉ ਮਿਟੇ। ਨਿਰਭਉ ਦੀ ਬਾਣੀ ਹੈ ਭਾਈ। ਇਹ ਗੁਣਾਂ ਨੂੰ ਵਿਚਾਰਦੇ ਸਾਡਾ ਭੈ ਚਲੇ ਜਾਂਦਾ। ਫਿਰ ਨਿਰਵੈਰ ਹੋ ਜਾਂਦੇ, ਸਮਦ੍ਰਿਸ਼ਟੀ ਹੋ ਜਾਂਦੇ, ਕਿਸੇ ਨਾਲ ਬੈਰ ਵਿਰੋਧ ਨਹੀਂ ਜਾਂਦੇ। ਮਾਰਗ ਦਾ ਸਤਿਗੁਰਾਂ ਨੇ ਸਮਝਾਇਆ ਆਪਾਂ ਨੂੰ।
ਨਾ ਕੋ ਵੈਰੀ ਨਹੀਂ ਬਗਾਨਾ ਸਗਲ ਸਮਨ ਕੋ ਬਣ ਆਈ। ਫਿਰ ਉਹ ਅਵਸਥਾ ਪ੍ਰਾਪਤ ਹੁੰਦੀ ਹੈ ਸਮਦ੍ਰਿਸ਼ਟੀ ਵਾਲੀ ਸਾਨੂੰ। ਉਹੀ ਸਤਿਗੁਰਾਂ ਨੇ ਸਮਝਾਇਆ ਆਪਾਂ ਨੂੰ, ਅਕੁਲ ਨਿਰੰਜਨ ਸਿਉ ਮਨ ਮਾਨਿਆ ਬਿਸਰੀ ਲਾਜ ਲੁਕਾਨੇ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ, ਭੂਰ ਭਵਿੱਖ ਨਾਹੀ ਤੁਮ ਜੈਸੇ ਪ੍ਰੀਤਮ ਪ੍ਰਾਨ ਆਧਾਰਾ ਹਰ ਕੇ ਨਾਮ ਰਤੀ ਸੁਹਾਗਨ ਨਾਨਕ ਰਾਮ ਪਤਾਰਾ। ਜਿਹੜੇ ਹਰ ਨਾਮ ਨਾਲ ਜੁੜ ਜਾਂਦੇ ਨੇ, ਪਿੱਛੇ ਤੋਂ ਚੱਲਦੇ ਰਹਿੰਦੇ ਨੇ, ਇਹ ਜੀਵਨ ਜਿਹੜਾ ਆਪਣਾ ਗੁਰੂ ਭਗਤਾਂ ਦੇ ਹੁਕਮ ਅਨੁਸਾਰ ਢਾਲਦੇ ਨੇ, ਸ਼ਬਦ ਦੀ ਕਮਾਈ ਕਰਦੇ ਰਹਿੰਦੇ ਨੇ, ਉਹਨਾਂ ਦਾ ਰਾਮ ਪਤਾਰਾ ਰਾਮਪਤੀ ਹੋ ਜਾਂਦਾ ਹੈ। ਮਨ ਬੁੱਧੀ ਜਿਹੜੇ ਹੈਗੇ ਆਪਦੇ ਸੰਸਾਰ 'ਚੋਂ ਛੁਟਕਾਰਾ ਪਾ ਕੇ ਦੇਵਲੋਕ ਪਹੁੰਚ ਜਾਂਦੇ ਨੇ। ਦੇਵਲੋਕ ਅੱਖਾਂ ਕੰਨਾਂ ਦਾ ਵਿਸ਼ਾ ਨਹੀਂ ਹੈਗਾ, ਉੱਥੇ ਜੋਤ ਹੀ ਹੈ, ਸਰੀਰ ਨਹੀਂ। ਸਰੀਰ ਇੱਥੇ ਰਹਿ, ਜਿੱਥੇ ਲੇਖਾ ਮੰਗੀਏ ਤਿੱਥੇ ਦੇਹ ਜਾਤ ਨਾ ਜਾਏ। ਉੱਚੀ ਜਾਤੀ, ਸਾਡੇ ਉੱਚੇ ਰੁਤਬੇ ਇੱਥੇ ਹੀ ਰਹਿ ਜਾਂਦੇ ਨੇ, ਸਰੀਰ ਦੇ ਨਾਲ ਹੀ ਇਹ ਸਮਾਪਤ ਹੋ ਜਾਂਦੇ ਨੇ। ਉਹੀ ਸਤਿਗੁਰ ਸਮਝਾਉਂਦੇ ਨੇ, ਭੂਰ ਭਵਿੱਖ ਨਾਹੀ ਤੁਮ ਜੈਸੇ ਮੇਰੇ ਪ੍ਰੀਤਮ ਪ੍ਰਾਣ ਆਧਾਰਾ। ਉਹਦੇ ਵਰਗਾ ਹੋਰ ਕੋਈ ਨਹੀਂ ਹੈ, ਉਹੀ ਤਾਂ ਇੱਕ ਸ਼ਕਤੀ ਹੈ। ਉਹਦਾ ਦਰਸ਼ਨ ਤਾਂ ਆਤਮਾ ਕਰਨ ਆਈ ਹੈ ਮਨ ਬੁੱਧੀ। ਹੁਣ ਆਇਆ ਦੂਰੋਂ ਚੱਲ ਕੇ ਤੱਕੀ ਤੋ ਸਰਣ ਆਏ ਜੀਓ, ਆਸਾ ਰੱਖੀ ਚਿੱਤ ਮੇ ਮੇਰਾ ਸਭੋ ਦੁੱਖ ਗਵਾਏ ਜੀ। ਹੁਣ ਆਪਣਾ ਛੁਟਕਾਰਾ ਹੋਣਾ, ਜੋ ਇਹ ਨਰ ਪੌੜੀ 'ਤੇ ਚੁੱਕੇ ਜੀ, ਹੁਣ ਚੁੱਕ ਗਏ ਪੌੜੀ, ਸਰੀਰ ਮਿਲਿਆ ਸਾਨੂੰ, ਫਿਰ ਜੰਮਣ ਮਰਨ ਸਾਨੂੰ ਜਾਣਾ ਪਊਗਾ। ਉਹੀ ਸਤਿਗੁਰ ਸਮਝਾਉਂਦੇ ਨੇ, ਹਰ ਕੇ ਨਾਮ ਰਤੀ ਸੁਹਾਗਨ ਨਾਨਕ ਰਾਮ ਪਤਾਰਾ। ਇਹ ਆਪਾਂ ਪ੍ਰਾਪਤੀ ਕਰਨੀ ਹੈ। ਹੁਕਮ ਹੀ ਆਤਮਾ ਦਾ ਮਾਲਕ ਹੈ। ਇਹਦੀ ਪ੍ਰਾਪਤੀ ਆਪਾਂ ਨੂੰ ਤਾਂ ਹੋਊਗੀ ਜੋ ਆਪਾਂ ਨੂੰ ਸਤਿਗੁਰਾਂ ਨੇ ਸਮਝਾਇਆ, ਆਪਣੇ ਠਾਕਰ ਕੀ ਹੂੰ ਚੇਰੀ ਚਰਨ ਗਏ ਜਗ ਜੀਵਨ ਪ੍ਰਭ ਕੇ ਹਉਮੈ ਮਾਰਨ ਵੀ। ਜਦ ਤੱਕ ਸਾਡੀ ਹਉਮੈ ਨਹੀਂ ਜਾਂਦੀ, ਸਾਡੀ ਇੱਛਾ ਨਹੀਂ ਜਾਂਦੀ, ਇਹੀ ਤਾਂ ਤਿਆਗ ਕਰਨਾ ਵਾ। ਇਹੀ ਭਗਤੀ ਹੈ। ਜੈ ਪ੍ਰਸਾਦ ਪਾਈ ਦੁਰਲੱਭ ਦੇ, ਨਾਨਕ ਤਾਂ ਕੀ ਭਗਤ ਕਰੇ। ਭਗਤੀ ਕਰਨੀ, ਆਪਦੀ ਨਹੀਂ ਕਰਾਉਣੀ। ਹਰ ਦਾ ਜਸ ਕਰਨਾ ਹੈ, ਬਾਣੀ ਹਰ ਜਸ ਹੈ। ਹਰ ਜਸ ਗਾਏ ਲੈ ਮੰਨਾ ਜੋ ਸੰਗੀ ਹੈ ਤੇਰੋ। ਉਹੀ ਸਤਿਗੁਰਾਂ ਨੇ ਸਮਝਾਇਆ ਆਪਾਂ ਨੂੰ, ਮਨ ਮਾਇਆ ਮੇ ਰਮ ਰਿਹੋ ਨਿਕਸਤ ਨਾਹੀ ਮੀਤ, ਨਾਨਕ ਮੂਰਖ ਚਿਤਰ ਜਿਉ ਸਾਡਤ ਨਹੀਂ ਪੀਤ। ਜਿਹੜਾ ਸਾਡੇ ਮਨ ਬੁੱਧੀ ਹੈ, ਸਾਡਾ ਗਿਆਨ ਆ, ਇਹ ਤਾਂ ਭਾਈ ਫਿਰ ਐਵੇਂ ਹੀ ਰਹਿੰਦਾ ਵਾ। ਆਪਦੀ ਮੱਤ ਨਾਲ ਅਸੀਂ ਨਹੀਂ ਨਿਕਲ ਸਕਦੇ। ਗੁਰ ਕੀ ਮਤੁ ਲਿਹੋ ਜਾਣੇ, ਭਗਤੀ ਬਿਨਾ ਵੈ ਡੁੱਬੇ ਸਿਆਣੇ। ਸਤਿਗੁਰਾਂ ਨੇ ਸਮਝਾਇਆ ਸੁਖਮਨੀ ਸਾਹਿਬ 'ਚ, ਗੁਰ ਕੀ ਮਤ ਲੈਣੀ ਹੈ, ਇਹਦੇ ਨਾਲ ਸਾਨੂੰ ਸਾਰੀ ਖੇਲ ਸਮਝ ਆਉਣੀ ਆ। ਆਪਦੀ ਮੱਤ ਨਾਲ ਤਾਂ ਸਿਆਣੇ ਵੱਡੇ ਵੱਡੇ ਆਪਾਂ ਦੇਖਦੇ ਹਾਂ, ਇੰਨੀ ਕੁ ਤਾਂ ਮੱਤ ਆਪਾਂ ਨੂੰ ਹੁੰਦੀ ਹੈ। ਸਾਰੇ ਡੁੱਬ ਗਏ, ਕਾਲ ਨੂੰ ਫਿਰ ਲੈ ਜਾਂਦੇ। ਜੇ ਕਾਲ ਤੋਂ ਬਚਣਾ ਵਾ, ਆਓ ਸਾਰੇ ਮਿਲ ਕੇ ਆਪਾਂ ਇਹਨੂੰ ਵਿਚਾਰੀਏ, ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ, ਅਸੀਂ ਵੀ ਗੁਰ ਸ਼ਬਦ ਦੀ ਕਮਾਈ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।